ਬੀਤੇ ਦਿਨੀ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਧਰਨੇ ਤੇ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਕਈ ਮੈਂਬਰ ਜ਼ਖਮੀ ਹੋ ਗਏ ਸਨ। ਐਸਜੀਪੀਸੀ ਵੱਲੋਂ ਸਿੱਖ ਜਥੇਬੰਦੀਆਂ ਦੇ ਮਾਮਲੇ ਦਰਜ ਕਰਵਾਏ ਗਏ ਸਨ, ਜਿਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਵੀ ਐਸਜੀਪੀਸੀ ਦੀ ਟਾਸਕ ਫੋਰਸ ਤੇ ਮੁਲਾਜ਼ਮਾਂ ਤੇ ਮਾਮਲੇ ਦਰਜ ਕਰਵਾਏ ਗਏ ਹਨ। ਇਸੇ ਦੇ ਚੱਲਦੇ ਅੰਮ੍ਰਿਤਸਰ ਦੀ ਧਰਮ ਸਿੰਘ ਮਾਰਕੀਟ ਵਿਖੇ ਜਥੇਬੰਦੀਆਂ ਵੱਲੋਂ ਸੰਕੇਤਕ ਤੌਰ ਤੇ ਧਰਨਾ ਦਿੱਤਾ ਗਿਆ ਅਤੇ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਤੋਂ ਸਵਾਲ ਪੁੱਛੇ ਗਏ ਨੇ। ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੀ ਰੂਪਰੇਖਾ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਬਲਵੀਰ ਸਿੰਘ ਮੁੱਛਲ, ਮੋਹਕਮ ਸਿੰਘ, ਸੁਖਪ੍ਰੀਤ ਸਿੰਘ ਉਦੋਕੇ, ਪ੍ਰਗਟ ਸਿੰਘ ਚੋਗਾਮਾ, ਪ੍ਰੋਫੈਸਰ ਬਲਜਿੰਦਰ ਸਿੰਘ, ਹਵਾਰਾ ਕਮੇਟੀ ਦੇ ਮੈਂਬਰ ਅਤੇ ਜਥਾ ਸਰਬੱਤ ਖਾਲਸਾ ਦੇ ਦਿਲਬਾਗ ਸਿੰਘ ਮੌਜੂਦ ਸਨ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਹਨ ਅਤੇ ਐਸਜੀਪੀਸੀ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਜਾਣਦੇ ਹੋ ਕਿ ਲਗਾਤਾਰ ਜਿਹੜਾ ਮੋਰਚਾ ਜਾਰੀ ਸੀਗਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੋਰਚੇ ਨੂੰ ਤਾਰ-ਪੀੜ ਕਰਨ ਦੇ ਵਾਸਤੇ ਅਚਾਨਕ ਉੱਥੇ ਆ ਕਰਕੇ ਜਿਹੜਾ ਹਮਲਾ ਕੀਤਾ ਗਿਆ, ਜਿਹਦਾ ਉਹਨਾਂ ਨੇ ਕਾਰਨ ਬਣਾਇਆ ਕਿ ਭਾਈ ਸੁਖਜੀਤ ਸਿੰਘ ਖੋਸੇ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਗਿਆ ਵਾ, ਸਾਡੇ ਗੇਟ ਨੂੰ ਜਿੰਦਰਾ ਮਾਰਿਆ, ਜਾਂ ਹੁਣ ਉਹਨਾਂ ਦੇ ਵੱਲੋਂ ਹੋਰ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਜਿਸ 'ਚ ਉਹਨਾਂ ਨੇ ਕਿਹਾ ਕਿ ਸਾਡੀ ਮਰਿਆਦਾ ਨੂੰ ਜਿਹੜੀ ਉਹ ਢਾਹ ਲਾਉਂਦੇ ਸੀ ਸੁਖਜੀਤ ਸਿੰਘ ਖੋਸਾ ਜੀ। ਪਰ ਇੱਥੇ ਪੁਆਇੰਟ ਇਹ ਆ ਵੀ ਜੇ ਸੁਖਜੀਤ ਸਿੰਘ ਖੋਸਾ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਸੀ, ਜਿਹੜਾ ਕਿ ਮੋਰਚੇ ਦੇ ਵੱਲੋਂ ਜਿਹੜੀ 6 ਮੈਂਬਰੀ ਸੀਗੀ ਉਹਨਾਂ ਵੱਲੋਂ ਵੀ ਸਪਸ਼ਟ ਕੀਤਾ ਗਿਆ ਸੀ ਵੀ ਜੇ ਖੋਸਾ ਇਹਨੇ ਜਿੰਦਰਾ ਮਾਰਿਆ ਵਾ ਉਹ ਉਹਨਾਂ ਦਾ ਪਰਸਨਲ ਹੋ ਸਕਦਾ, ਮੋਰਚੇ ਵੱਲੋਂ ਨਹੀਂ ਮਾਰਿਆ ਗਿਆ। ਪਰ ਉਸ ਦੇ ਬਾਵਜੂਦ ਉਹਨੇ ਉਸ ਚੀਜ਼ ਨੂੰ ਇਸ਼ੂ ਬਣਾ ਕਰਕੇ, ਬਹਾਨਾ ਬਣਾ ਕਰਕੇ ਆ ਕੇ ਤੇ ਉਹਨਾਂ ਨੇ ਮੋਰਚੇ ਨੂੰ ਤਾਰੋ ਪਿੰਡੋ ਕੀਤਾ। ਤੁਸੀਂ ਜਾਣਦੇ ਹੋ ਕਿੱਦਾਂ ਕੁੱਟਮਾਰ ਸਿੰਘਾਂ ਦੇ ਨਾਲ ਹੋਈ, ਭੈਣਾਂ ਬੀਬੀਆਂ ਦੇ ਨਾਲ ਹੋਈ, ਸੱਟਾਂ ਲੱਗੀਆਂ ਨੇ। ਸੋ ਉਹ ਸਾਰਾ ਵਰਤਾਰਾ ਜਿਹੜਾ ਬੜਾ ਮੰਦਭਾਗਾ ਸੀਗਾ ਤੇ ਜਿਹੜਾ ਜਵਾਬ ਉਹਨਾਂ ਕੋਲੋਂ ਮੰਗਿਆ ਜਾ ਰਿਹਾ ਸੀਗਾ ਉਹ ਜਵਾਬ ਹਜੇ ਤੱਕ ਵੀ ਕੌਮ ਨੂੰ ਦਿੱਤਾ ਨਹੀਂ ਗਿਆ ਤੇ ਕੌਮ ਮੰਗ ਰਹੀ ਹੈ ਜਵਾਬ ਅਜੇ ਤੱਕ। ਲੇਕਿਨ ਲਗਾਤਾਰ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਕਿ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾਵੇਗਾ ਹੁਣ ਜਿੱਦਾਂ ਮਰਜ਼ੀ। ਕਿਆ ਲੱਗਦਾ ਕਿ ਨਿੱਜੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ, ਚਲੋ ਜੇ ਪ੍ਰੋਟੈਸਟ ਨਹੀਂ ਕਰ ਦਿੱਤਾ ਜਾਵੇਗਾ ਤੇ ਉਹ ਤੇ ਆਪਾਂ ਸਮਝਦੇ ਹਾਂ ਵੀ ਜਦੋਂ ਜਿਹਦਾ ਰਾਜ ਭਾਗ ਹੋਵੇ ਤੇ ਉਹ ਆਪਣੇ ਰਾਜ ਭਾਗ ਦਾ ਦਬਦਬਾ ਦਿਖਾਉਂਦਾ ਹੁੰਦਾ ਵਾ, ਠੀਕ ਆ, ਉੱਥੇ ਪ੍ਰੋਟੈਸਟ ਨਹੀਂ ਕਰ ਸਕਦੇ ਪਰ ਆਵਾਜ਼ ਤਾਂ ਕਿਤੇ ਵੀ ਖੜ ਕੇ ਚੱਕ ਸਕਦੇ ਆ ਨਾ ਜੀ। ਸਵਾਲ ਤਾਂ ਕੌਮ ਉੱਥੇ ਖੜ ਕੇ ਕਰ ਰਹੀ ਹੈ, ਘਰੋਂ ਜਿਹੜੇ ਆਪਣੇ ਘਰੋਂ ਵੀ ਸਵਾਲ ਕਰ ਸਕਦੇ ਲੋਕ, ਤਾਂ ਹਰ ਜਗ੍ਹਾ ਤੋਂ ਸਵਾਲ ਹੋ ਸਕਦੇ ਨੇ, ਸਵਾਲ ਹੋ ਰਹੇ ਨੇ। ਲੇਕਿਨ ਜੇ ਅਗਰ ਗੱਲ ਕੀਤੀ ਜਾਵੇ, ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਦੇ ਬਾਹਰ ਵੀ ਕਾਫੀ ਬੋਰਡ ਲੱਗੇ ਨੇ ਜਿਹਨਾਂ ਵਿੱਚ ਉਹਨਾਂ ਗੱਦਾਰ ਤੱਕ ਕਹਿ ਦਿੱਤਾ ਗਿਆ। ਕਿਆ ਸਮਝਦੇ ਕਿ ਸਿੱਖਾਂ ਦਾ ਜਿਹੜਾ ਰੋਹ ਆ ਹੁਣ ਜਾਗਣਾ ਸ਼ੁਰੂ ਹੋ ਗਿਆ? ਸੁਭਾਵਿਕ ਤੌਰ ਤੇ ਰੋਸ ਜਾਗ ਰਿਹਾ, ਕੋਈ ਸ਼ੱਕ ਨਹੀਂ ਹੈਗਾ। ਜਿਹੜੀ ਮੰਗ ਸਿੱਖਾਂ ਦੀ ਹੈ ਉਹ ਮੰਗ ਬਿਲਕੁਲ ਜਿਹੜੀ ਜਾਇਜ਼ ਆ, ਕਿਉਂਕਿ ਜਦੋਂ ਤੁਸੀਂ ਸਿਸਟਮ ਚਲਾਉਂਦੇ ਹੋ ਤੇ ਸਿਸਟਮ ਦੇ ਵਿੱਚ ਜੇਕਰ ਤੁਹਾਡੇ 'ਚ ਘਾਟਾਂ ਨੇ, ਖਾਮੀਆਂ ਨੇ, ਤੇ ਉਹਨਾਂ ਨੂੰ ਦੂਰ ਵੀ ਤੁਸੀਂ ਕਰਨਾ ਨਾ। ਤੇ ਜੇਕਰ ਤੁਹਾਡੇ ਵੱਲੋਂ ਉਹ ਸਿਸਟਮ 'ਚ ਖਾਮੀਆਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਤੇ ਤੁਹਾਨੂੰ ਕੋਈ ਸਵਾਲ ਕਰਦਾ ਵਾ ਤੇ ਇਹਦਾ ਮਤਲਬ ਤੁਸੀਂ ਡਾਂਗਾਂ ਨਾਲ ਕੁੱਟੋਗੇ ਸਵਾਲ ਦਾ ਜਵਾਬ ਦੇਣ ਦੀ ਜਗ੍ਹਾ 'ਤੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਸੀਗਾ ਇਹ ਮੰਦਭਾਗਾ ਸੀ, ਜਿਹਦਾ ਨੁਕਸਾਨ ਜਿਹੜਾ ਵਾ ਸਾਨੂੰ ਇਹ ਲੱਗਦਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖ ਕੌਮ ਦੀ ਸਰਮੌਰ ਸੰਸਥਾ, ਇਹਨਾਂ ਦੇ ਕੁਝ ਲੋਕਾਂ ਦੇ ਗਲਤ ਫੈਸਲਿਆਂ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਢਾਹ ਲੱਗ ਰਹੀ ਆ, ਉਹਦੇ ਐਕਸ਼ਨ ਨੂੰ ਢਾਹ ਲੱਗ ਰਹੀ ਆ। ਤੇ ਤੁਹਾਡੇ ਖਿਲਾਫ ਸਾਰਿਆਂ ਦੇ ਮਾਮਲੇ ਦਰਜ ਕਰ ਦਿੱਤੇ ਗਏ। ਤੁਸੀਂ ਸ਼ਾਂਤੀਪੂਰਵਕ ਜਿਹੜਾ ਸੀਗਾ ਪ੍ਰੋਟੈਸਟ ਕਰ ਰਹੇ ਸੀਗੇ, ਕਾਫੀ ਧਾਰਾਵਾਂ ਜਿਹੜੀਆਂ ਲੱਗੀਆਂ ਨੇ, ਕੀ ਕਹਿਣਾ ਚਾਹੋਗੇ? ਹਾਂ, ਪਤਾ ਲੱਗਾ ਵਾ ਕਿ 307 ਦੀਆਂ ਧਾਰਾਵਾਂ 452 ਵਰਗਾ ਲਾ ਕੇ ਮੋਰਚੇ ਦੇ 50-60 ਤਕਰੀਬਨ ਸਿੰਘਾਂ ਸਿੰਘਣੀਆਂ ਦੇ ਉੱਤੇ ਪਰਚੇ ਦਰਜ ਹੋਏ ਨੇ। ਤੇ ਰਾਤ ਵੈਸੇ ਕਿਉਂਕਿ ਅਸੀਂ ਵੀ ਪ੍ਰਸ਼ਾਸਨ ਨੂੰ ਦਿੱਤਾ ਸੀਗਾ ਮੰਗ ਪੱਤਰ ਤੇ ਸਿੰਘਾਂ ਦੇ ਮੈਡੀਕਲ ਕਰਾ ਕੇ ਦਿੱਤੇ ਸਨ, ਉਹਨਾਂ ਦੇ ਉੱਪਰ ਵੀ ਪਤਾ ਲੱਗਾ ਕਿ ਰਾਤ ਕ੍ਰਾਸ ਪਰਚੇ ਹੋਏ ਨੇ। ਧਾਰਾਵਾਂ ਸਾਨੂੰ ਸਪਸ਼ਟ ਨਹੀਂ ਹੋਈਆਂ ਅਜੇ, ਪਰ ਕ੍ਰਾਸ ਪਰਚੇ ਉਹਨਾਂ ਦੇ ਉੱਪਰ ਵੀ ਜਿਹੜੇ ਨੇ ਉਹ ਹੋਏ ਨੇ। ਲਾਸਟ ਕੁਐਸਚਨ ਹੈ ਜੀ, ਉਹ ਕਹਿੰਦੇ ਜੀ ਕਿ ਸਰਕਾਰ ਦੇ ਸ਼ਹਿ ਤੇ ਸਭ ਕੁਝ ਹੋ ਰਿਹਾ ਸੀਗਾ। ਵੇਖੋ, ਅਸੀਂ ਸ਼ੁਰੂ ਵਾਲੇ ਦਿਨ ਤੋਂ ਹੀ ਤੇ ਐਂਡ ਵਾਲੇ ਦਿਨ ਤੱਕ ਕਹਿੰਦੇ ਰਹੇ ਹਾਂ ਕਿ ਜੇਕਰ ਕੋਈ ਵੀ ਇਹ ਸਾਬਤ ਕਰਦੇ ਕਿ ਇਹ ਮੋਰਚੇ ਦੇ ਵਿੱਚ ਕਾਂਗਰਸ ਦੀ 0% ਵੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਸੀ, ਅਸੀਂ ਆਪ ਉਸ ਬੰਦੇ ਦਾ ਜਲੂਸ ਕੱਢਾਂਗੇ, ਚਾਹੇ ਉਹ ਮੈਂ ਵੀ ਕਿਉਂ ਨਹੀਂ ਸੀਗਾ ਜਾਂ ਉਹ ਸਾਡੀ ਮੈਂਬਰੀ ਕਿਉਂ ਨਹੀਂ ਸੀਗੀ। ਇਹ ਬਿਲਕੁਲ ਅਫਵਾਹਾਂ ਹੁੰਦੀਆਂ ਨੇ। ਇਹ ਤਾਂ ਤੁਹਾਨੂੰ ਪਤਾ ਜਦੋਂ ਕਿਸੇ ਚੀਜ਼ ਨੂੰ ਕਰਨਾ ਹੋਵੇ ਤੇ ਉਹ ਕੀਤੀਆਂ ਜਾਂਦੀਆਂ। ਹੁਣ ਜਿਵੇਂ ਕਈ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਸੁਖਜੀਤ ਸਿੰਘ ਖੋਸੇ ਦੀ ਇੱਕ ਵੀਡੀਓ ਨੇ ਜਾਰੀ ਕੀਤੀ ਕਿ ਨਸ਼ਾ ਕੀਤਾ ਸੀ, ਉਹ ਤਾਂ ਸਾਰੇ ਆਪਾਂ ਜਾਣਦੇ ਹਾਂ ਕਿ ਇੱਦਾਂ ਨਹੀਂ ਹੁੰਦਾ। ਇੱਕ ਬਾਣੇ ਵਾਲਾ ਸਿੰਘ ਕੋਈ ਸ਼ਰਾਬ ਪੀ ਕੇ ਗੁਰੂ ਘਰ ਦੇ ਵਿੱਚ ਜੇ ਕੋਈ ਤੁਰਿਆ ਫਿਰਦਾ ਸੀ, ਫਿਰ ਤੁਸੀਂ ਕਿੱਥੇ ਸੀ? ਸੋ ਮੈਨੂੰ ਇਹ ਲੱਗਦਾ ਕਿ ਉਹਨਾਂ ਵੱਲੋਂ ਜਿਹੜੀਆਂ ਹੁਣ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਉਹ ਭਾਈ ਸੁਖਜੀਤ ਸਿੰਘ ਖੋਸੇ ਜੇਕਰ ਉਹਨਾਂ ਦੀ ਕਿਸੇ ਮਰਿਆਦਾ 'ਚ ਜਾ ਕੇ ਭੰਗ ਪਾਉਂਦੇ ਸੀ, ਅੜਚਨ ਪਾਉਂਦੇ ਸੀ,
ਤੇ ਉਹਨਾਂ ਨੇ ਕਰਨ ਕਿਉਂ ਦਿੱਤਾ, ਉਹਨਾਂ ਨੇ ਬਹਾਨਾ ਕਿਉਂ ਬਣ ਦਿੱਤਾ? ਦਾ ਮਤਲਬ ਉਹਨਾਂ ਨੇ ਮਾਹੌਲ ਕ੍ਰੀਏਟ ਹੋਣ ਦਿੱਤਾ ਕਿ ਬਾਅਦ ਦੇ ਵਿੱਚ ਅਸੀਂ ਇਹ ਚੀਜ਼ ਬਹਾਨਾ ਬਣਾ ਲਾਂਗੇ, ਤੇ ਉਹਨਾਂ ਨੇ ਮੈਨੂੰ ਲੱਗਦਾ ਵੀ ਉਸ ਚੀਜ਼ ਨੂੰ ਪਹਿਲਾਂ ਹਵਾ ਦਿੱਤੀ ਤੇ ਬਾਅਦ 'ਚ ਉਹ ਬਹਾਨਾ ਬਣਾ ਕੇ ਮੋਰਚੇ ਨੂੰ ਫੇਲ ਕੀਤਾ। ਸਾਡਾ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸੰਕੇਤਕ ਧਰਨਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਥੱਲੇ ਧਰਮ ਸਿੰਘ ਮਾਰਕੀਟ ਲਗਾ ਰਹੇ ਹਾਂ। ਸਾਨੂੰ ਬੜਾ ਦੁੱਖ ਤੇ ਅਫਸੋਸ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 267 ਸਰੂਪਾਂ ਦੀ ਗੱਲ ਚੱਲੀ ਕਿ ਉਹ ਗਾਇਬ ਨੇ। ਉਦੋਂ ਬਾਅਦ ਪਤਾ ਲੱਗਾ ਜਹੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ ਈਸ਼ਰ ਸਿੰਘ ਦੀ ਕਿ 328 ਸਰੂਪ ਨੇ। ਫਿਰ ਕਹਿਣ ਲੱਗੇ 5 ਅਗਨ ਭੇਟ ਹੋਏ ਆ, ਫਿਰ ਕਹਿਣ ਲੱਗੇ 14 ਹੋਏ ਆ, ਹੁਣ 80 ਕਹਿਣ ਲੱਗ ਗਏ ਆ, 328 ਸਰੂਪ ਅਲੱਗ ਨੇ। ਫਿਰ ਕਹਿਣ ਆ ਗਈ ਗੱਲ ਕਿ 400 ਸਰੂਪ ਅਮਰੀਕਾ ਵਿੱਚ ਇੱਕ ਏਅਰਪੋਰਟ ਤੇ ਹੀ ਉਹਨਾਂ ਦੀ ਬੇਅਦਬੀ ਹੋ ਗਈ, ਉਹ ਸਲਾਬੇ ਗਏ। ਫਿਰ ਪਤਾ ਲੱਗਾ ਕਿ ਆਸਟਰੀਆ ਵਿੱਚ ਉੱਥੇ ਵੀ ਕੋਈ 400 ਦੇ ਏਡ ਗੇਟ ਸਰੂਪ ਜਿਹੜੇ ਸੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ। ਇੱਥੋਂ ਹੋਰ ਕਿੰਨੇ ਸਰੂਪ ਹੈ, ਕਈਆਂ ਨੇ ਜਾਂਚ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਹੈ। ਰੱਬ ਜਾਣੇ ਕੀ ਹੈ, ਸੱਚ ਹੈ ਕਿ ਝੂਠ ਹੈ, ਪਰ ਇਹ ਕੋਈ ਸੱਚਾਈ ਕੌਮ ਦੇ ਸਾਹਮਣੇ ਰੱਖਣ ਲਈ ਤਿਆਰ ਨਹੀਂ ਗੇ। ਜਿਹੜੇ 328 ਇਹਨਾਂ ਦੇ ਜਥੇਦਾਰ ਬਣਾਏ ਹੋਏ ਸ਼੍ਰੋਮਣੀ ਕਮੇਟੀ ਨੇ ਕਿਹਾ, ਉਹਨਾਂ ਦਾ ਜ਼ਿਕਰ ਵੀ ਨਹੀਂ ਦੱਸ ਰਹੇ ਵੀ ਉਹ ਸਰੂਪ ਕਿੱਥੇ ਗਏ, ਕਿਵੇਂ ਗਏ, ਕੌਣ ਲੈ ਗਿਆ, ਕਿੰਨੇ ਦਿੱਤੇ ਆ। ਔਰ ਉਹ ਮਤਲਬ ਅੱਜ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ ਜਾਂ ਕਿਸੇ ਗੈਰ ਪੰਥਕ ਲੋਕਾਂ ਕੋਲ ਚਲੇ ਗਏ ਨੇ, ਗੁਰੂ ਦੇ ਵਿਰੋਧੀਆਂ ਕੋਲ ਚਲੇ ਗਏ ਆ ਕਿ ਸੰਗਤ ਕੋਲ ਗਏ ਨੇ, ਗੁਰਦੁਆਰੇ ਸਾਹਿਬਾਂ 'ਚ ਗਏ ਨੇ। ਕੀ ਸਿਸਟਮ ਹੈ, ਆਡਿਟ ਹੁੰਦਾ ਬਕਾਇਦਾ ਸਭ ਕੁਝ, ਉਹ ਸਾਰਾ ਕੁਝ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਜਾਣਕਾਰੀ ਨਹੀਂ ਦੇ ਰਹੇ। ਤੇ ਸਿੱਖਾਂ ਦੇ ਵਿੱਚੋਂ ਕੁਝ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਉੱਥੇ ਬੈਠੇ ਸਨ, 40 ਦਿਨ ਉਹਨਾਂ ਨੇ ਉੱਥੇ ਜਾਪ ਕੀਤਾ ਹੈ। ਉਹਨਾਂ ਦੇ ਉੱਤੇ ਜੋ ਤਸ਼ੱਦਦ, ਜ਼ੁਲਮ, ਅਤਿਆਚਾਰ ਇਹਨਾਂ ਨੇ ਕੀਤਾ। ਬੰਦਿਆਂ ਨੂੰ ਚੱਕ ਕੇ ਸਮੁੰਦਰੀ ਹਾਲ 'ਚ ਲੈ ਜਾਂਦੇ ਸੀ ਕਮਰਿਆਂ ਦੇ ਵਿੱਚ, ਉੱਥੇ ਡਾਂਗਾ, ਸੋਟੇ ਔਰ ਹਰ ਤਰ੍ਹਾਂ ਦੀ ਕੁੱਟਮਾਰ, ਜਿਵੇਂ ਇੰਟਰੋਗੇਸ਼ਨ ਸੈਂਟਰ ਵਿੱਚ, ਮਾਲ ਮੰਡੀ, ਬੀਕੋ ਵਿੱਚ ਜਾਂ ਇੱਥੇ ਹੋਰ ਥਾਵਾਂ ਦੇ ਪੁਰਾਣੇ ਜ਼ਮਾਨੇ 'ਚ ਹੁੰਦੀ ਰਹੀ ਹੈ, ਉਸ ਤਰ੍ਹਾਂ ਜ਼ੁਲਮ ਕੀਤੇ ਗਏ। ਔਰ ਉਸ ਮੌਕੇ 'ਤੇ ਇੱਕ SP ਰੈਂਕ ਦਾ ਸਰਕਾਰੀ ਅਧਿਕਾਰੀ ਸਮੁੰਦਰੀ ਹਾਲ ਦੇ ਵਿੱਚ ਬੈਠਾ ਹੋਇਆ ਸੀ, ਜਿਹਦੀ ਕਿ ਜ਼ਿੰਮੇਵਾਰੀ ਇਹ ਸੀ ਸ਼ਾਂਤੀ ਕਰਾਉਂਦਾ। ਜੇ ਬਾਅਦ ਦੀ ਲੋੜ ਸੀ ਉਹ ਗ੍ਰਿਫਤਾਰੀਆਂ ਕਰ ਸਕਦਾ ਸੀ, ਉਦੋਂ ਉਹਨੂੰ ਪਿੱਛੇ ਹਟਾ ਸਕਦਾ ਸੀ, ਪਰ ਉਹਦਾ ਉਸੇ 3 ਘੰਟੇ ਤੱਕ ਬੈਠਣਾ। ਇਹਦੀ ਜਾਂਚ ਵੀ ਜਿਹੜੀ ਹੈ ਸਰਕਾਰ ਕਰਕੇ ਕੌਮ ਨੂੰ ਤੇ ਸਮੁੱਚੇ ਸਮਾਜ ਨੂੰ ਦੱਸੇ ਕਿ 3 ਘੰਟੇ SP ਉੱਥੇ ਬੈਠਾ, ਕੌਣ ਅਫਸਰ ਸੀ ਉਹ ਕਿਉਂ ਬੈਠਾ ਗਿਆ, ਕਿਵੇਂ ਉਹਨੇ ਉੱਥੇ ਕੀ ਬੈਠ ਕੇ ਕੀਤਾ। 3 ਘੰਟੇ ਵਿੱਚ ਤਾਂ ਉਹ ਸਾਰੇ ਅੰਮ੍ਰਿਤਸਰ ਜਿਹੜੇ ਦੀ ਚੰਡੀਗੜ੍ਹ ਦਾ ਹੀ ਫੋਰਸ ਆ ਸਕਦੀ ਹੈ ਇੱਥੇ। ਉਹ ਲਾਗੇ ਥਾਣੇ ਜਿਹੜੇ ਕੋਈ 100 200 ਗਜ ਤੇ 500 ਗਜ ਤੇ ਕਿੰਨੇ ਸੀ, ਉਹਨਾਂ ਥਾਣਿਆਂ ਦੀ ਪੁਲਿਸ ਕਿਉਂ ਨਾ ਮੰਗਾਈ ਉਸ ਬੰਦੇ ਨੇ? ਉਹ ਉੱਥੇ ਫੋਰਸ ਲੈ ਕੇ ਬੈਠਾ ਸੀ, ਉਹਦੀ ਜ਼ਿੰਮੇਵਾਰੀ ਸੀ ਹਟਾਉਂਦਾ। ਸੋ ਇਹ ਸਾਰੀਆਂ ਗੱਲਾਂ ਕਿ ਸੁਖਬੀਰ ਜਿਹੜਾ ਹੈ ਉਹ ਪੁਲਿਸ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਰਲ ਕੇ ਸਿੱਖ ਕੌਮ ਦੇ ਉੱਤੇ ਅਤਿਆਚਾਰ ਕਰਾ ਰਿਹਾ ਹੈ। ਪ੍ਰਧਾਨ ਸਾਹਿਬ ਕਹਿ ਰਹੇ ਕਿ ਧਰਨਾ ਜਿਹੜਾ ਕਾਂਗਰਸ ਵੱਲੋਂ ਲਵਾਇਆ ਗਿਆ ਸੀ। ਦੇਖੋ, ਕਾਂਗਰਸ ਦਾ ਜਵਾਬ ਤਾਂ ਇਹਨਾਂ ਦਾ ਬੇਵਕੂਫ ਵਾਲਾ ਹੈ। ਇਹ ਸਰਦਾਰ ਟੌੜਾ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ, ਇਹ ਤਲਵੰਡੀ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ, ਇਹਨਾਂ ਮੋਹਨ ਸਿੰਘ ਤੁੱਡ ਨੂੰ ਵੀ ਕਿਹਾ, ਇਹਨਾਂ ਸੰਤ ਫਤਿਹ ਸਿੰਘ ਨੂੰ, ਮਾਸਟਰ ਤਾਰਾ ਸਿੰਘ ਨੂੰ ਵੀ ਕਾਂਗਰਸੀ ਕਿਹਾ। ਇਹਨਾਂ ਲੋਕਾਂ ਨੇ ਤਾਂ ਸੰਤ ਜਰਨੈਲ ਸਿੰਘ ਨੂੰ ਨਹੀਂ ਛੱਡਿਆ, ਉਹਨੂੰ ਵੀ ਕਹਿ ਦਿੱਤਾ ਜਿਹੜਾ ਆਪਣਾ ਕੌਮ ਵਾਸਤੇ ਸਭ ਕੁਝ ਵਾਰ ਗਿਆ। ਇਹਨਾਂ ਲੋਕਾਂ ਦੇ ਜਿਹੜਾ ਕਾਂਗਰਸ ਵਾਲਾ ਸ਼ਬਦ ਇਹਦਾ ਕੋਈ ਮਹਿਣਾ ਨਹੀਂ। ਅਸਲ ਵਿੱਚ ਹੈ ਕਿ ਸੁਖਬੀਰ ਬਾਦਲ ਦਾ ਪਿਓ ਕਾਂਗਰਸ ਵਿੱਚੋਂ ਆਇਆ ਸੀ, ਇਹਦੀ ਭੈਣ ਕਾਂਗਰਸੀ ਮੁੱਖ ਮੰਤਰੀ ਦੇ ਘਰੇ ਵਿਆਹੀ ਹੈ, ਆਪ ਨਹਿਰੂ ਦੀ ਸਰਕਾਰ ਦੇ ਵਿੱਚ ਖੇਤੀ ਮੰਤਰੀ ਸੀ, ਇਹ ਉਹਦਾ ਪੋਤਰੀ ਦੇ ਨਾਲ ਇਹ ਆਪ ਵਿਆਹਿਆ। ਬਾਕੀ ਵੀ ਸਾਰੇ ਰਿਸ਼ਤੇਦਾਰ ਜਿਹੜੇ ਨੇ ਉਹ ਕਾਂਗਰਸੀ ਨੇ। ਅਸਲ 'ਚ ਇੱਕ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਸੀ, ਇਹਦੇ 'ਤੇ ਕਾਂਗਰਸ ਨੇ ਇੱਕ ਢੰਗ ਨਾਲ ਕਬਜ਼ਾ ਕਰ ਲਿਆ। ਤੇ ਇਹ ਹੀ ਵਜ੍ਹਾ ਹੈ ਕਿ ਕਾਂਗਰਸ ਤੇ ਪੁਲਿਸ ਸਾਰੇ ਰਲ ਕੇ ਕੌਮ ਦੇ ਨਾਲ ਜ਼ੁਲਮ ਕਮਾ ਰਹੇ ਆ। ਕਿਹਾ ਜਾ ਰਿਹਾ ਕਿ ਧਰਨੇ ਤੋਂ ਨਾ ਬੋਤਲਾਂ ਲੱਭੀਆਂ, ਸ਼ਰਾਬ ਪੀਤੀ ਗਈ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਪਹਿਲੀ ਗੱਲ ਤੇ ਸ਼ਰਮ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜਿਹੀ ਗੱਲ ਕਰੇ। ਜੇ ਇਹੋ ਜਿਹੀ ਗੱਲ ਹੈ ਤੇ ਸਰਕਾਰ ਜਿਹੜੀ ਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਤੇ ਪ੍ਰਧਾਨ ਦੀ, ਇਹਨਾਂ ਦੇ ਵੀ ਆ ਜਿਹੜਾ ਡੋਪ ਟੈਸਟ ਕਰਨ ਤੇ ਉਹਨਾਂ ਦਾ ਵੀ ਕਰਨ। ਉਹ ਤਾਂ ਸਾਰੇ ਹਸਪਤਾਲ 'ਚ ਪਏ, ਇਹਨਾਂ ਦਾ ਡੋਪ ਟੈਸਟ ਕਰੋ, ਸਾਰਾ ਸੱਚ ਸਾਹਮਣੇ ਆ ਜਾਏਗਾ। ਐਸਾ ਝੂਠ, ਉਹ ਵੀ ਦਰਬਾਰ ਸਾਹਿਬ ਬਾਰੇ ਝੂਠ। ਅਸਲ ਵਿੱਚ ਨਨਕਾਣਾ ਸਾਹਿਬ ਵਿੱਚ ਇੱਕ ਸਿੱਖ ਮੱਥਾ ਟੇਕਣ ਆਇਆ ਸੀ, ਉਹਦੇ ਨਾਲ ਉਹਨਾਂ ਦੇ ਪਰਿਵਾਰ, ਬੱਚੇ, ਬੀਬੀ ਸੀ। ਉਹਨੂੰ ਨਰੈਣੂ ਮੰਨ ਦੇ ਗੁੰਡੇ ਚੱਕ ਕੇ ਕਮਰੇ 'ਚ ਲੈ ਗਏ ਤੇ ਸਿੱਖਾਂ ਨੇ ਮੋਰਚੇ ਲਾ ਕੇ ਗੁਰਦੁਆਰੇ ਛਡਾ ਲਏ ਸੀ। ਹੁਣ ਵੀ ਸਿੱਖ ਬੀਬੀਆਂ ਦੇ ਉੱਤੇ ਇਹਨਾਂ ਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਅਤਿਆਚਾਰ ਕੀਤਾ। ਔਰ ਇਹ ਲੋਕ ਜਿਹੜੇ ਨੇ, ਇਹਨਾਂ ਦਾ ਹੁਣ ਇਹ ਹੈ ਕਿ ਇਹਨਾਂ ਨੂੰ ਕੌਮ ਇੱਥੋਂ ਵਿਦਾਇਗੀ ਦੇਵੇ। ਗੁਰੂ ਸਾਹਿਬ ਜੀ ਨੇ ਮਸੰਦ ਆਪ ਪੈਦਾ ਕੀਤੇ ਸੀ, 10ਵੇਂ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਹੱਥੀਂ ਤੋੜ ਕੇ ਮਰਜ਼ਾਦਾ ਬਣਾਤੀ ਵੀ ਜੇ ਕੋਈ ਗਲਤ ਹੋ ਜਾਏ ਤਾਂ ਉਹਨੂੰ ਤੋੜਿਆ ਜਾਵੇ। ਔਰ ਇਸੇ ਤਰ੍ਹਾਂ
ਬਾਅਦ ਵਿੱਚ ਜਿਹੜੇ ਆਏ ਸੀ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਤੋੜ ਦਿੱਤੇ ਗਏ। ਫਿਰ ਮਹੰਤ ਬਿਠਾਏ ਮਹਾਰਾਜਾ ਰਣਜੀਤ ਸਿੰਘ ਵੇਲੇ, ਜਿਹੜੇ 1920 ਚ ਸਿੱਖਾਂ ਨੇ ਤੋੜ ਦਿੱਤੇ। 100 ਸਾਲ ਹੋ ਗਿਆ ਹੁਣ, 100 ਸਾਲ ਹੋ ਗਿਆ ਇਹ ਬੈਠੇ ਨੇ, ਹੁਣ ਇਹਨਾਂ ਦੇ ਜਾਣ ਦਾ ਸਮਾਂ ਆ ਗਿਆ। ਅੱਜ ਦੇ ਧਰਨੇ ਤੋਂ ਬਾਅਦ ਦੀ ਰਣਨੀਤੀ ਕੀ ਹੋਵੇ? ਅੱਜ ਦੇ ਧਰਨੇ ਤੋਂ ਬਾਅਦ ਅਸੀਂ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਾਂਗੇ, ਔਰ ਇਹ ਪਹਿਲਾਂ ਹੀ ਕਿਹਾ ਸੀ ਵੀ ਇੱਕ ਦਿਨ ਦਾ ਸੰਕੇਤਕ ਸਾਡਾ ਇੱਥੇ ਧਰਨਾ ਹੈ, ਔਰ ਸਰਕਾਰ ਜਿਹੜੀ ਹੈ ਉਹ ਉਹਨਾਂ ਦੋਸ਼ੀਆਂ ਦੇ ਉੱਤੇ ਮੁਕੱਦਮਾ ਦਰਜ ਕਰੇ ਜਿਨ੍ਹਾਂ ਨੇ ਜ਼ੁਲਮ ਕੀਤਾ, ਅਤਿਆਚਾਰ ਕੀਤਾ। ਤੇ ਜੇ ਉਹਨਾਂ ਨੇ ਕੁਝ ਨਾ ਕੀਤਾ, ਕਹਿ ਰਹੇ ਨੇ, ਸੁਣ ਰਹੇ ਆ, ਕੋਈ ਸਾਡੇ ਕੋਲ ਜਾਣਕਾਰੀ ਲਿਖਤੀ ਸਬੂਤ ਅਜੇ ਨਹੀਂ ਆਇਆ, ਪਰ ਜੇ ਉਹਨਾਂ ਨੇ ਕੇਸ ਨਾ ਕੀਤਾ, ਉਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ, ਤਾਂ ਫਿਰ ਸਾਨੂੰ ਕੁਝ ਹੋਰ ਸੋਚਣਾ ਪਵੇਗਾ। ਲਗਾਤਾਰ ਧਰਨਾ ਇੱਥੇ ਵੀ ਲੱਗਾ ਸੀ, ਲੌਂਗੋਵਾਲ ਦੇ ਘਰ ਦੇ ਬਾਹਰ ਵੀ ਲੱਗਾ। ਕੱਲ ਲਾਂਤ ਪੱਤਰ ਜਿਹੜਾ ਕਿ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਹਰ ਕੁਝ ਜਥੇਬੰਦੀਆਂ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਲਾਹਣਤੀਆਂ ਨੂੰ ਲਾਹਣਤ ਕਾਹਦੀ ਹੈ? ਜਿਹੜੇ ਸਰਸੇ ਵਾਲੇ ਨੂੰ ਮੱਥਾ ਟੇਕ ਆਏ ਜਾ ਕੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ, ਉਹਦੇ ਬਾਰੇ ਸੱਚ ਨਾ ਮੰਨਣ ਲਈ ਤਿਆਰ ਹੋਣ, ਇਹਨਾਂ ਨੂੰ ਕੀ ਕਹੀਏ? ਸਾਡੇ ਕੋਲੋਂ ਤਾਂ ਕੁਝ ਕਹਿਣ ਨੂੰ ਕੁਝ ਹੈ ਨਹੀਂ। ਅਸੀਂ ਤਾਂ ਇੱਕੋ ਹੀ ਅਰਦਾਸ ਹੀ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਨੂੰ ਸਮੱਤ ਦੇਵੇ, ਇਹਨਾਂ ਨੂੰ ਅਕਲ ਦਾ ਦਾਨ ਦੇਵੇ। ਦੂਜੀ ਸੰਗਤ ਤੱਕ ਅਰਦਾਸ ਕਰਦੇ ਹਾਂ ਗੁਰੂ ਅੱਗੇ ਕਿ ਸੰਗਤ ਨੂੰ ਬਲ ਬਖਸ਼ੇ ਤੇ ਇਹਨਾਂ ਨੂੰ ਗੁਰਦੁਆਰਿਆਂ ਚੋਂ ਘਰ ਭੇਜਿਆ ਜਾਵੇ, ਵਿਦਾਇਗੀ ਦਿੱਤੀ ਜਾਵੇ। ਸਾਡੀ ਤਾਂ ਇਹ ਅਰਦਾਸ ਹੈ, ਇਹੀ ਬੇਨਤੀ ਹੈ। ਬਾਕੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਫੋਰਸ ਤਿਆਰ ਕਰਨੀ ਆਪਣੇ ਆਪ 'ਚ ਗੈਰ ਕਾਨੂੰਨੀ ਕੰਮ ਹੈ। ਇਹ ਕੋਈ ਸਰਕਾਰ ਨਹੀਂ ਗੀ ਕਿ ਪੁਲਿਸ ਤਰ੍ਹਾਂ ਉਹਨੇ ਫੋਰਸ ਪੈਦਾ ਕਰ ਲਈ, ਆਰਮਡ ਫੋਰਸ ਹੈ, ਕੋਈ BSF ਦੀ ਹੈ, CRP ਦੀ ਹੈ, ਪੁਲਿਸ ਦੀ ਹੈ, ਫੌਜ ਦੀ ਹੈ, ਫੋਰਸ ਪੈਦਾ। ਇਹਨਾਂ ਨੇ ਜਿਹੜੀ ਫੋਰਸ ਬਣਾਈ ਹੈ ਆਪਣੇ ਆਪ ਕਾਨੂੰਨ ਦੇ ਨਾਲ ਇਹਨਾਂ ਦਾ ਧੋਖਾ ਹੈ। ਪਹਿਲਾਂ ਬਰਨਾਲੇ ਨੇ ਬਣਾਈ ਸੀ, ਟੌੜਾ ਸਾਹਿਬ ਨੂੰ ਤੋੜ ਦਿੱਤੀ ਪ੍ਰਧਾਨ ਬਣਦਿਆਂ ਸਾਰ। ਟਾਸਕ ਫੋਰਸ ਜਿਹੜੀ, ਹਾਂਜੀ, ਇਹ ਪਹਿਲਾਂ ਬਰਨਾਲੇ ਨੇ ਬਣਾਈ ਸੀ ਰਾਜੀਵ ਗਾਂਧੀ ਦੇ ਕਹਿਣ ਤੇ। ਕਾਬਲ ਸਿੰਘ ਉਦੋਂ ਪ੍ਰਧਾਨ ਸੀ, ਜਦ ਟੌੜਾ ਸਾਹਿਬ ਪ੍ਰਧਾਨਗੀ ਜਿੱਤ ਗਿਆ ਤੇ ਉਸੇ ਸਮੇਂ ਉਹਨੇ ਫੋਰਸ ਤੋੜ ਦਿੱਤੀ ਸੀ। ਜਦੋਂ ਬਾਦਲ ਦੇ ਹੱਥ 'ਚ ਕਬਜ਼ਾ ਆ ਗਿਆ, ਉਹਨੇ ਫਿਰ ਫੋਰਸ ਬਣਾ ਲਈ ਆ। ਇਹ ਫੋਰਸ ਬਣਾ ਕੇ ਕਾਨੂੰਨ ਨੂੰ ਚੈਲੰਜ ਕਰ ਰਹੇ ਆ ਤੇ ਸਰਕਾਰ ਸੁੱਤੀ ਹੋਈ ਹੈ, ਸਰਕਾਰ ਇਹਨਾਂ ਦੇ ਨਾਲ ਰਲੀ ਹੋਈ ਹੈ। ਤੇ ਇਸ ਕਰਕੇ ਇਹ ਫੋਰਸ, ਜੇ ਸ਼੍ਰੋਮਣੀ ਕਮੇਟੀ ਪੰਥ ਕੋਲ ਆ ਗਈ, ਸਭ ਤੋਂ ਪਹਿਲਾ ਹੁਕਮ ਇਹ ਹੀ ਹੋਏਗਾ ਉਹ ਇੱਥੇ ਕਿ ਇਹਨਾਂ ਫੋਰਸ ਨੂੰ ਤੋੜ ਕੇ ਘਰਾਂ 'ਚ ਭੇਜਿਆ ਜਾਏਗਾ। ਦੂਜਾ, ਜਿਹੜੇ ਚੋਰ ਤੇ ਹੋਏ ਲੁਟੇਰੇ ਨੇ, ਇਹਨਾਂ ਵਿਰੁੱਧ ਕਾਨੂੰਨ ਦੇ ਸਕੰਜੇ ਵਿੱਚ ਦੇਣ ਲਈ ਸਰਕਾਰ ਦੇ ਕੋਲ ਪਹੁੰਚ ਕੀਤੀ ਜਾਵੇਗੀ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਇਹਨਾਂ ਕਿੰਨੀ ਲੁੱਟ ਲੁੱਟੀ ਹੈ, ਕਿੰਨੇ ਬੇਅਦਬੀ ਕੀਤੀ ਹੈ। ਗੁਰੂ ਸਾਹਿਬ ਦੇ 328 ਸਰੂਪ ਜਾਂ ਇਸ ਤੋਂ ਵੱਧ ਘੱਟ ਜੋ ਵੀ ਆਇਆ, ਉਹਦੀ ਸਹੀ ਜਾਣਕਾਰੀ ਸਿੱਖ ਕੌਮ, ਹਰ ਇੱਕ ਸਿੱਖ ਤੱਕ ਮੁਹੱਈਆ ਕਰਾਈ ਜਾਏਗੀ ਕਿ ਉਹ ਸਰੂਪ ਕਿੰਨੇ ਛਪੇ, ਕਿਵੇਂ ਗਏ, ਕੌਣ ਲੈ ਕੇ ਗਿਆ, ਅੱਜ ਕਿਸ ਸਥਿਤੀ ਵਿੱਚ ਨੇ। ਇਹ ਸਾਰੀ ਇੱਕ ਸਰੂਪ ਦੀ ਜਾਣਕਾਰੀ ਜਿਹੜੀ ਹੈ, ਇਲੈਕਸ਼ਨ ਚੋਣ ਕਮਿਸ਼ਨ ਬਣ ਚੁੱਕਾ ਹੈ ਔਰ ਲੋਕ ਇਹਨਾਂ ਨੂੰ ਭੇਜਣ ਲਈ ਤਿਆਰ ਨੇ ਘਰਾਂ ਨੂੰ। ਉਹ ਤੋਂ ਬਾਅਦ ਇੱਕ ਚੀਜ਼ ਦੀ ਜਾਣਕਾਰੀ ਹਰ ਸਿੱਖ ਨੂੰ ਮੁਹੱਈਆ ਕਰਾਈ ਜਾਏਗੀ।